सच नानक होसी भी सच। अगम गोचर सच साहिब मेरा, नानक बोले बुलाया तेरा। सतनाम श्री वाहिगुरु साहिब जी। आसा जो मैं रूप किए वो तेरे, अब फुन रूप न होए। धागा तंत साज सब थाका, राम नाम बस होए। मोए नाचणो न आवे, मेरा मन मंदरिया ना बजावे रहाओ। काम क्रोध माया लै जारी, तृष्णा गागर फूटे। काम चोलना भया है पुराना, गया भरम सब छुटी। सर्व भूत एक कर जानिया, चूके बाद विवादा। कह कबीर मैं पूरा पाया, भये राम प्रसादा। सर्वभूत एक कर जानिया, चूके बाद विवादा। कह कबीर मैं पूरा पाया, भये राम प्रसादा। वाहिगुरु जी का खालसा, वाहिगुरु जी की फतेह। परम सत्कारयोग गुरु गुरु खालसा साध संगत जीओ। गुरबाणी दी जो लड़ीवार कथा विचार आप सरवण करदे हो, तिहदे तहत भगत कबीर साहब जी का आसा राग दे विच उचारण किया होया पावन शब्द पाठ आप जी ने सरवण किया है। ये पावन शब्द श्री गुरु ग्रंथ साहिब महाराज जी के पावन अंग 483 ते सुभाएमान है। इस पावन शब्द दे विच भगत कबीर साहब जी जो उपदेश दे रहे हैं वो ये है कि जिमें मनुख दुनिया दे विच कोई भी कला सिखदा है, कोई भी काम करता है तो वो निरंतर मन लगा करके उस काम नूं करी जावे तो एक दिन उसनूं ओदी वो मंजिल प्राप्त हो जाती है जिस बाबत वो कारज कर रहा है। जिमें बच्चा स्कूल विच पढ़दा है, बड़ी ही मेहनत दे नाल बड़े लगाव नाल पढ़ाई कर रहा है। एक दिन वो बच्चा किसी मंजिल ते पहुँच जाता है। कोई डॉक्टर, कोई फिलोसफर, कोई लॉयर, कोई इंजीनियर, कोई मैकेनिक, कुछ ना कुछ बन जाता है। दुनिया की कोई भी कला जदों आपां ਉਹਦੇ ਤੇ ਕਾਰਜ ਕਰਾਂਗੇ ਤਾਂ ਇੱਕ ਦਿਨ ਉਹਦੇ ਵਿੱਚ ਸਫਲਤਾ ਜ਼ਰੂਰ ਹੁੰਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਆਪਾਂ ਧਰਮ ਦਾ ਕਰਮ ਕਰਦੇ ਹਾਂ, ਪਾਠ ਪੂਜਾ, ਇਹ ਕੋਈ ਐਵੇਂ ਫਾਲਤੂ ਵਿਅਰਥ ਨਹੀਂ ਹੈ। ਜੇਕਰ ਕੋਈ ਜਗਿਆਸੂ ਲਗਾਤਾਰ ਸਾਧਨਾ ਕਰੀ ਜਾਵੇ ਤੇ ਉਹ ਵੀ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ। ਉਹ ਮੰਜ਼ਿਲ ਕੀ ਹੈ? ਉਹ ਮੰਜ਼ਿਲ ਇੱਥੇ ਭਗਤ ਕਬੀਰ ਸਾਹਿਬ ਦੱਸ ਰਹੇ ਹਨ। ਇਹ ਬੇਨਤੀ ਤਾਂ ਕਰਕੇ ਕੀਤੀ ਹੈ ਕਿਉਂਕਿ ਕਈ ਲੋਕ ਪਾਠ ਪੂਜਾ ਸਿਮਰਨ ਕਰਨਾ ਇਹਨੂੰ ਵਿਅਰਥ ਸਮਝਦੇ ਨੇ, ਫਾਲਤੂ ਸਮਝਦੇ ਨੇ। ਤੇ ਦੂਸਰੇ ਉਹ ਲੋਕ ਨੇ ਜਿਹੜੇ ਕਦੇ ਕਰਦੇ ਨੇ ਕਦੇ ਨਹੀਂ, ਤੇ ਉਹ ਵੀ ਸੋਚਦੇ ਨੇ ਇਹ ਐਵੇਂ ਗੱਲਾਂ ਹੀ ਨੇ, ਕੋਈ ਪ੍ਰਾਪਤੀ ਤਾਂ ਹੋਈ ਨਹੀਂ। ਵੇਖੋ ਕੋਈ ਬੱਚਾ ਮਹੀਨਾ ਸਕੂਲ ਜਾਵੇ, 2 ਮਹੀਨੇ ਫਿਰ ਨਾ ਜਾਵੇ, ਫਿਰ ਮਹੀਨਾ ਜਾਵੇ, 2 ਮਹੀਨੇ ਨਾ ਜਾਵੇ, ਇੱਦਾਂ ਹੀ ਕਰੀ ਜਾਵੇ।
कि वो बच्चा कोई डॉक्टर प्रोफैसर लॉयर जज कुछ भी बन सकता है? कदे भी नहीं, क्योंकि वो बच्चा पढ़ाई नहीं कर सकेगा पूरी। इस तरह अपना हाल भी यही है भी आपां बाणी नूं शरधा और लगाव और पूरा निरंतर नहीं पढ़ते। अज मन बनिया बाणी पढ़ ली, फिर कई दिन बाणी नहीं भी पढ़ता, सिमरन नहीं भी करता। कोई भी कारज है वो निरंतर करी चलो तो वो कारज सोहना भी हुंदा है, ਉਹਦੇ ਵਿੱਚ ਸ਼ਿੰਗਾਰ भी आउंदा है, रस भी आउंदा है और ਉਹਦੇ ਵਿੱਚ सफलता भी मिलती है और ਉਹਦੇ ਵਿੱਚੋਂ जीव ਨੂੰ तृप्ति भी मिलती है। ਇਸੇ ਤਰ੍ਹਾਂ ਜਦੋਂ ਆਪਾਂ ਬਾਣੀ ਨੂੰ ਪੜਾਂਗੇ, ਮਹਾਰਾਜ ਨੇ ਤਾਂ ਕਹਿ ਦਿੱਤਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸਾਰੇ ਦੁਨੀਆ ਦੇ ਅੰਮ੍ਰਿਤ, ਸਾਰੇ ਸ੍ਰੇਸ਼ਟ ਪਦਾਰਥਾਂ ਦਾ ਰਸ ਬਾਣੀ ਦੇ ਵਿੱਚ ਹੈ। ਬਾਣੀ ਨੂੰ ਪੜੋਗੇ, ਵਿਚਾਰੋਗੇ, ਕਮਾਓਗੇ, ਜੋ ਚਾਹੋਗੇ ਉਹ ਮਿਲ ਜਾਵੇਗਾ। ਅੰਮ੍ਰਿਤ ਦਾ ਭਾਵ ਹੈ ਸ੍ਰੇਸ਼ਟ, ਜੋ ਵੀ ਦੁਨੀਆ ਵਿੱਚ ਸ੍ਰੇਸ਼ਟ ਵਸਤੂ ਹੈ ਉਹ ਮਿਲ ਜਾਵੇਗੀ। ਤੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਬਾਣੀ ਨੂੰ ਕਮਾਓ ਤਾਂ ਹੀ ਗੱਲ ਬਣੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਸਬਾਵਤ ਪ੍ਰਮਾਣ ਦਿੰਦੇ ਨੇ, ਕਹਿੰਦੇ ਉਹਨਾਂ ਨੇ 3 ਪ੍ਰਮਾਣ ਦਿੱਤੇ ਨੇ ਇਸ ਬਾਬਤ। 3 ਪ੍ਰਮਾਣ ਦੇ ਕੇ ਫਿਰ ਉਹ ਗੁਰਬਾਣੀ ਦੀ ਖੋਜ ਦੀ, ਗੁਰਬਾਣੀ ਦੀ ਕਮਾਈ ਦੀ, ਸਾਧਨਾ ਦੀ ਗੱਲ ਕਰਦੇ ਨੇ ਕਿ ਇਹ ਲੋਕੋ ਗੁਰਬਾਣੀ ਨੂੰ ਪੜ੍ਹਨਾ ਕੋਈ ਵਿਅਰਥ ਫਾਲਤੂ ਕੰਮ ਨਹੀਂ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ। ਜਿਵੇਂ ਵੇਖੋ ਸਮੁੰਦਰ ਦੇ ਗਹਿਰਾਈ ਦੇ ਵਿੱਚ, ਤਲ ਦੇ ਵਿੱਚ ਕੀਮਤੀ ਮੋਤੀ ਪਏ ਹਨ। ਬੜੀਆਂ ਨਿਆਮਤ ਚੀਜ਼ਾਂ ਸਮੁੰਦਰ ਦੇ ਤਲ ਵਿੱਚ ਪਈਆਂ ਨੇ। ਵੈਸੇ ਵੇਖਿਆ ਜਾਵੇ ਜੋ ਕੁਝ ਕੀਮਤੀ ਹੈ ਉਹ ਗਹਿਰਾ ਪਿਆ ਹੈ, ਜੋ ਕੀਮਤੀ ਨਹੀਂ ਹੈ ਉਹ ਉੱਪਰ ਦਿਖਾਈ ਦਿੰਦਾ ਹੈ। ਜੋ ਗਹਿਰਾ ਹੈ ਉਹ ਓਨਾ ਹੀ ਕੀਮਤੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਕੀਮਤੀ ਰਤਨ ਹੀਰੇ ਛੁਪੇ ਹੋਏ ਨੇ, ਜੈਸੇ ਤੋ ਸਕਲ ਨਿਧ, ਨਿਧ ਨਾਮ ਖਜ਼ਾਨੇ ਦਾ ਹੈ। ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ। ਤੁਸੀਂ ਵੇਖਿਆ ਹੋਣਾ ਹੈ ਸਮੁੰਦਰ ਦੇ ਕਿਨਾਰੇ ਬੜੀ ਦੁਨੀਆ ਜਾਂਦੀ ਹੈ ਘੁੰਮਣ ਫਿਰਨ। ਫਿਰ ਦੂਸਰੇ ਉਹ ਲੋਕ ਨੇ ਜਿਹੜੇ ਬੇੜੀਆਂ ਦੁਆਰਾ ਸਮੁੰਦਰ ਦੇ ਵਿੱਚੋਂ ਮੱਛੀਆਂ ਪਕੜਦੇ ਨੇ। ਤੀਸਰੇ ਉਹ ਲੋਕ ਨੇ ਜਿਹੜੇ ਜਹਾਜ਼ਾਂ ਦੁਆਰਾ ਵਪਾਰ ਕਰਦੇ ਨੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਸਮੁੰਦਰ ਦੇ ਵਿੱਚ। ਪਰ ਇੱਕ ਚੌਥੇ ਲੋਕ ਵੀ ਹਨ, ਉਹ ਜਿਹੜੇ ਸਮੁੰਦਰ ਦੀ ਗਹਿਰਾਈ ਵਿੱਚ ਜਾਂਦੇ ਨੇ ਉਹਨੂੰ ਮਰ ਜੀਵੜਾ ਆਖਿਆ ਜਾਂਦਾ, ਕਿਉਂਕਿ ਉਹ ਘਰਦਿਆਂ ਨੂੰ ਕਹਿ ਕੇ ਜਾਂਦਾ ਵੀ ਚੱਲਿਆ ਤਾਂ ਮੈਂ ਹਾਂ, ਪਰ ਮੁੜ ਕੇ ਆਉਣਾ ਕਿ ਨਹੀਂ ਆਉਣਾ ਇਹ ਪਰਮਾਤਮਾ ਹੀ ਜਾਣਦਾ ਹੈ। ਬਾਕੀ ਸਾਰੇ ਤੇ ਕਹਿੰਦੇ ਨੇ ਅਸੀਂ ਮੁੜ ਕੇ ਆ ਜਾਵਾਂਗੇ। ਜਿਹੜਾ ਸਮੁੰਦਰ 'ਤੇ ਘੁੰਮਣ ਗਿਆ, ਜਿਹੜਾ ਮੱਛੀਆਂ ਪਕੜਨ ਗਿਆ, ਜਿਹੜਾ ਵਪਾਰ ਕਰਦਾ ਉਹ ਕਹਿ ਦਿੰਦਾ ਮੈਂ ਆਵਾਂਗਾ ਵਾਪਸ। ਪਰ ਜਿਹੜਾ ਗਹਿਰਾਈ ਵਿੱਚ ਗਿਆ ਉਹ ਕਹਿੰਦਾ ਕੋਈ ਪਤਾ ਨਹੀਂ ਕੀ ਖੇਡ ਵਰਤਣੀ ਹੈ। ਪਰ ਵੇਖੋ ਜਿਹੜਾ ਬਾਹਰ ਘੁੰਮ ਕੇ ਆ ਗਿਆ ਜਾਂ ਜਿਹਨੇ ਮੱਛੀਆਂ ਪਕੜੀਆਂ ਜਾਂ ਜਿਹਨੇ ਸਮੁੰਦਰ ਦੁਆਰਾ ਵਪਾਰ ਕੀਤਾ ਉਹਨੂੰ ਕਿੰਨਾ ਕੁ ਲਾਭ ਹੈ। ਪਰ ਜਿਹੜਾ ਸਮੁੰਦਰ ਦੀ ਗਹਿਰਾਈ ਦੇ ਵਿੱਚ ਗਿਆ ਉਹਨੂੰ ਕੀਮਤੀ ਰਤਨ ਮਿਲੇ, ਇੰਨੇ ਕੁ ਹੀਰੇ ਲਾਲ ਕੀਮਤੀ ਮਿਲੇ ਕਿ ਉਹ ਪ੍ਰਾਪਤ ਕਰਕੇ ਮਾਲਾ ਮਾਲ ਹੋ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੂਸਰਾ ਪ੍ਰਮਾਣ ਦਿੰਦੇ ਨੇ, ਜੈਸੇ ਪਰਬਤ ਵਿਖੇ ਹੀਰਾ ਮਾਨਕ ਪਾਰਸ ਸਿੱਧ ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵਈ। ਜਿਵੇਂ
ਗੁਰਮੁਖੋ ਪਰਬਤ ਦੇ ਹੇਠਾਂ ਪਰਬਤ ਆਪਾਂ ਨੂੰ ਸੋਹਣੇ ਕਿਉਂ ਲੱਗਦੇ ਨੇ, ਸਮੁੰਦਰ ਸੋਹਣਾ ਕਿਉਂ ਲੱਗਦਾ ਹੈ? ਕਿਉਂਕਿ ਇਹਨਾਂ ਦੀ ਗਹਿਰਾਈ ਦੇ ਵਿੱਚ ਕੀਮਤੀ ਦੌਲਤਾਂ ਛੁਪੀਆਂ ਹੋਈਆਂ ਨੇ। ਪਹਾੜ ਸੋਹਣੇ ਕਿਉਂ ਲੱਗਦੇ ਨੇ? ਇਸ ਕਰਕੇ ਨਹੀਂ ਵੀ ਪਹਾੜ ਉੱਚੇ ਨੇ, ਕਿਉਂਕਿ ਉਹਨਾਂ ਦੀ ਗਹਿਰਾਈ ਦੇ ਵਿੱਚ ਕੀਮਤੀ ਪਾਰਸ, ਹੀਰੇ ਜਵਾਹਰਾਤ, ਮਾਨਕ, ਮੂੰਗੇ ਆਦਿਕ ਪਏ ਹੋਏ ਨੇ, ਤਾਂ ਉਹ ਸੋਹਣੇ ਲੱਗਦੇ ਨੇ। ਕੋਈ ਮਨੁੱਖ ਵੀ ਸੋਹਣਾ ਕਦੋਂ ਬਣਦਾ ਹੈ? ਜਦੋਂ ਉਹਦੇ ਹਿਰਦੇ ਦੇ ਵਿੱਚ ਦੈਵੀ ਗੁਣ ਆ ਜਾਂਦੇ ਨੇ, ਨਾਮ ਆ ਜਾਂਦਾ ਹੈ, ਭਗਤੀ ਭਾਵ ਆ ਜਾਂਦਾ ਹੈ। ਨਹੀਂ ਤੇ ਭਾਵੇਂ ਕਿੰਨਾ ਉੱਚਾ ਸੋਹਣਾ ਹੋਵੇ ਰੰਗ ਕਰਕੇ ਵੀ ਉਹ ਸੋਹਣਾ ਨਹੀਂ ਲੱਗਦਾ। ਸੁੰਦਰ ਉਹ ਹੈ ਜੋ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਭਾਈ ਗੁਰਦਾਸ ਜੀ ਦੂਸਰਾ ਪ੍ਰਮਾਣ ਕਹਿੰਦੇ, ਜੈਸੇ ਪਰਬਤ ਵਿਖੈ ਹੀਰਾ ਮਾਨਕ ਪਾਰਸ ਸਿੱਧ, ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵਈ। ਤੀਸਰਾ ਪ੍ਰਮਾਣ ਕਹਿੰਦੇ, ਜੈਸੇ ਬਨ ਵਿਖੈ ਮਲਿਆਗਰ ਕਪੂਰ ਸੋਧਾ, ਸੋਧ ਕੈ ਸੁਭਾਸੀ ਸੁਭਾਸ ਬੈਸਾਵਈ। ਜਿਵੇਂ ਜੰਗਲਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਜੰਗਲ ਨੇ ਉਹਨਾਂ ਵਿੱਚ ਚੰਦਨ ਹੁੰਦਾ ਹੈ, ਕਪੂਰ, ਹੋਰ ਕੀਮਤੀ ਲੱਕੜਾਂ ਹੁੰਦੀਆਂ ਨੇ, ਮਲਿਆਗਰ ਆਦਿਕ, ਪਰ ਉੱਥੇ ਹਰ ਕੋਈ ਜੰਗਲ ਵਿੱਚ ਨਹੀਂ ਜਾਂਦਾ। ਬੜੀ ਹਿੰਮਤ ਵਾਲਾ ਹੀ ਜੰਗਲ ਦੇ ਵਿੱਚ ਜਾਂਦਾ ਹੈ ਅਤੇ ਉੱਥੋਂ ਕੀਮਤੀ ਲੱਕੜਾਂ ਲੱਭ ਲੱਭ ਕੇ ਲਿਆਉਂਦਾ ਹੈ, ਜਿਨ੍ਹਾਂ ਦੀ ਬੜੀ ਭਾਰੀ ਕੀਮਤ ਹੁੰਦੀ ਹੈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਹੁਣ ਆਪਾਂ ਵੀ ਆਉਂਦੇ ਹਾਂ, ਇੱਕ ਉਹ ਨੇ ਜਿਹੜੇ ਆਏ ਮੱਥਾ ਟੇਕਿਆ ਅਤੇ ਚੱਲਦੇ ਬਣੇ ਛੇਤੀ ਦੇ ਨਾਲ। ਦੂਸਰੇ ਉਹ ਨੇ ਜਿਹੜੇ ਗੁਰਬਾਣੀ ਕੁਝ ਬੈਠੇ ਪੜ੍ਹਿਆ, ਪਰ ਇੰਨਾ ਕੁ ਜਿਵੇਂ ਕੋਈ ਮੱਛੀਆਂ ਲੱਭਣ ਜਾਂਦਾ ਹੈ, ਪਦਾਰਥ ਲੱਭਣ ਤੱਕ ਸੀਮਤ ਰਹੇ ਵੀ ਚਲੋ ਮੈਂ ਇੰਨਾ ਕੁ ਨਿਤਨੇਮ ਕਰ ਲਾਂ, ਮੈਨੂੰ ਇਹ ਪਦਾਰਥ ਮਿਲ ਜਾਵੇ। ਕੋਈ ਉਸ ਤੋਂ ਅੱਗੇ ਹੋਰ ਕੋਈ ਨੇਮ ਬਣਾ ਕੇ ਵੀ ਇੰਨੇ ਦਿਨ ਮੈਂ ਗੁਰਦੁਆਰੇ ਸੇਵਾ ਕਰਨੀ ਹੈ, ਬਾਣੀ ਇੰਨੀ ਪੜ੍ਹਨੀ ਹੈ, ਅਤੇ ਉਹਦਾ ਵੀ ਇਵੇਂ ਹੈ ਜਿਵੇਂ ਕੋਈ ਸਮੁੰਦਰੀ ਜਹਾਜ਼ ਦੁਆਰਾ ਵਪਾਰ ਕਰਦਾ ਹੈ। ਪਰ ਇਹ ਸੀਮਤ ਹੈ। ਪਰ ਕੋਈ ਐਸਾ ਹੁੰਦਾ ਹੈ ਮਰਜੀਵੜਾ ਜਿਹੜਾ ਸ਼ਬਦ ਦੀ ਗਹਿਰਾਈ ਵਿੱਚ ਜਾਂਦਾ ਹੈ, ਅਤੇ ਜਦੋਂ ਕੋਈ ਸ਼ਬਦ ਦੀ ਗਹਿਰਾਈ ਵਿੱਚ ਜਾਂਦਾ ਹੈ, ਉਹਨੂੰ ਮਹਾਰਾਜ ਕਹਿੰਦੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਉਹਨੂੰ ਨੌ ਨਿਧ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਹੈ, ਜਿਸ ਨੂੰ ਪ੍ਰਾਪਤ ਕਰਕੇ ਜਨਮਾਂ ਜਨਮਾਂ ਦੀ ਭੁੱਖ ਲੈ ਜਾਂਦੀ ਹੈ। ਗੁਰਬਾਣੀ ਦਾ ਮਹਾਨ ਮਹਾਤਮ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਨੇ ਵੀ ਬਿਆਨ ਕੀਤਾ ਹੈ। ਇੱਥੇ ਆਪਣੇ ਕੋਲ ਸਮਾਂ ਜਿਹਾ ਸੀਮਤ ਹੈ, ਸ਼ਬਦ ਦੀ ਵਿਚਾਰ ਵੱਲ ਆਪਾਂ ਧਿਆਨ ਦੇਈਏ। ਭਾਵ ਜੋ ਬਾਣੀ ਨੂੰ ਸ਼ਰਧਾ ਲਗਾਵ ਨਾਲ ਔਰ ਨਿਰੰਤਰ ਪੜ੍ਹੇਗਾ, ਨਿਰੰਤਰ, ਕਿਉਂਕਿ ਵੇਖੋ ਕੋਈ ਵੀ ਕਾਰਜ ਆਪਾਂ ਨਿਰੰਤਰ ਕਰਦੇ ਹਾਂ ਤਾਂ ਉਹਦੇ ਵਿੱਚ ਸਫਲਤਾ ਮਿਲਦੀ ਹੈ। ਤੋ ਭਗਤ ਕਬੀਰ ਸਾਹਿਬ ਕਹਿੰਦੇ, ਜਿਨ੍ਹਾਂ ਨੇ ਨਿਰੰਤਰ ਸ਼ਬਦ ਦਾ ਅਭਿਆਸ ਕੀਤਾ, ਨਾਮ ਜਪਿਆ, ਉਹਨੂੰ ਇੱਕ ਨਵਾਂ ਜੀਵਨ ਮਿਲਿਆ ਹੈ, ਜਿਸ ਨੂੰ ਆਖਿਆ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ। ਨਵਾਂ ਜੀਵਨ ਮਿਲ ਗਿਆ ਹੈ। ਅਤੇ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਵੀ ਉਹ ਆਪਣਾ ਜਦੋਂ ਉਹਨਾਂ ਨੂੰ ਨਵਾਂ ਜੀਵਨ ਮਿਲਿਆ ਨਾ ਕਮਾਈ ਕਰਕੇ, ਅਤੇ ਉਹਨਾਂ ਨੇ ਵੀ ਆਖਿਆ ਹੈ, 10 ਬੈਰਾਗਣ ਮੋਹਿ ਬਸ ਕੀਨੀ ਪੰਚੋ ਕਾ ਮਿਟ ਨਾਵੋ, 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੋ। ਕਹਿੰਦੇ ਮੈਨੂੰ ਇੱਕ ਨਵਾਂ ਜੀਵਨ ਮਿਲ ਗਿਆ ਹੈ ਕਿ ਜਿਹੜੀਆਂ 10 ਇੰਦਰੀਆਂ ਨੇ, 10 ਬੈਰਾਗਣ ਮੋਹਿ ਬਸ ਕੀਨੀ। ਬੈਰਾਗਣ ਭਾਵ ਬੈਰਾਗਣ ਕਹਿੰਦੇ ਨੇ ਜਿਹਦੇ ਆਸਰੇ ਤੁਸੀਂ ਵੇਖਿਆ ਹੋਣਾ ਕਈ ਸਾਧੂ ਮਹਾਤਮਾ ਨਾ ਉਹਦੇ ਆਸਰੇ 'ਤੇ ਉਹਦੇ ਉੱਪਰ ਹੱਥ ਰੱਖ ਕੇ ਮੂੰਹ ਰੱਖ ਕੇ ਬੈਠ ਜਾਂਦੇ ਨੇ, ਚੌਂਕੜਾ ਲਾ ਕੇ ਸਾਧਨਾ ਕਰਨ ਵਾਸਤੇ। ਸਾਡੀਆਂ ਇਹ 10 ਇੰਦਰੀਆਂ ਜਿਹੜੀਆਂ, 5 ਕਰਮ ਇੰਦਰੇ, 5 ਗਿਆਨ ਇੰਦਰੇ, ਇਹਨਾਂ ਦੇ ਆਸਰੇ ਆਪਾਂ ਚੱਲਦੇ ਹਾਂ। ਇਹ ਵਸ ਵਿੱਚ ਹੋ ਗਈਆਂ ਨੇ। 10 ਬੈਰਾਗਣ ਮੋਹੇ ਬਸ ਕੀਨੀ। ਸਾਡੀਆਂ ਅੱਖਾਂ ਵਸ ਵਿੱਚ ਨਹੀਂ ਹੈਗੀਆਂ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ, ਨਾ ਸਾਡੇ ਕੰਨ ਹੱਥ ਪੈਰ
ਪਰ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਇਹ ਸਾਰੇ ਇੰਦਰੇ ਉਹਨਾਂ ਦੇ ਵਸ ਵਿੱਚ ਆ ਗਏ। 10 ਬੈਰਾਗਣ ਮੋਹਿ ਬਸ ਕੀਨੀ ਪੰਚੋ ਕਾ ਮਿਟ ਨਾਵੋ। ਜਿਹੜੇ 5 ਕਾਮ ਕ੍ਰੋਧ ਲੋਭ ਹੰਕਾਰ ਉਹ ਮਿਟ ਗਏ। ਹੁਣ ਭਾਵ ਉਹਨਾਂ ਦਾ ਹੁਣ ਜ਼ੋਰ ਨਹੀਂ ਚੱਲਦਾ। ਤੇ ਅੰਦਰ ਇੱਕ ਘਟਨਾ ਵਾਪਰੀ ਹੈ। ਆਯੁਰਵੈਦ ਨੇ ਕਿਹਾ ਵੀ ਸਾਡੇ ਸਰੀਰ ਦੇ ਅੰਦਰ ਨਾ 72 ਵੱਡੀਆਂ ਨਾੜੀਆਂ ਨੇ। ਸਾਡੀ ਇਸ ਬਾਡੀ ਦੇ ਅੰਦਰ 72 ਵੱਡੀਆਂ ਨਾੜੀਆਂ ਨੇ ਜਿਹੜੀਆਂ ਅੱਗੇ ਹੋਰ ਸਾਰੇ ਸਰੀਰ ਨੂੰ ਖੂਨ ਪਹੁੰਚਾਉਂਦੀਆਂ ਨੇ। ਸਰੀਰ ਦਾ ਸਿਸਟਮ ਜਿਨ੍ਹਾਂ ਨਾਲ ਚੱਲਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹੁਣ ਉਹਨਾਂ ਵਿੱਚ ਅੰਮ੍ਰਿਤ ਚੱਲ ਗਿਆ ਹੈ, ਕਿਉਂਕਿ ਜਦੋਂ ਨਾਮ ਅੰਦਰ ਵਸਿਆ ਉਸ ਨਾਮ ਦਾ ਅਸਰ ਖੂਨ ਵਿੱਚ ਵੀ ਹੋਇਆ ਹੈ। ਖੂਨ ਹੁਣ ਖੂਨ ਨਹੀਂ ਰਿਹਾ, ਖੂਨ ਅੰਮ੍ਰਿਤ ਹੋ ਗਿਆ ਹੈ। ਵੇਖੋ ਖੂਨ ਦੇ ਬਾਰੇ ਨਾ ਬੜੇ ਤੁਸੀਂ ਬਚਨ ਸੁਣਦੇ ਹੋਗੇ। ਆਪਾਂ ਕੀ ਕਹਿੰਦੇ ਆ ਜਦੋਂ ਰਿਸ਼ਤਿਆਂ ਵਿੱਚ ਗੂੜਤਾ ਨਾ ਰਹੇ ਨਾ ਤੇ ਆਪਾਂ ਕਹਿੰਦੇ ਆ ਹੁਣ ਤਾਂ ਖੂਨ ਪਾਣੀ ਬਣ ਗਿਆ ਹੈ। ਖੂਨ ਪਾਣੀ ਤੇ ਨਹੀਂ ਬਣਿਆ, ਪਰ ਉਹ ਇੱਕ ਸਮਝਾਉਣ ਵਾਸਤੇ ਹੈ। ਭਾਵ ਖੂਨ ਦੇ ਅੰਦਰ ਉਹ ਖਿੱਚ ਨਹੀਂ ਰਹੀ, ਉਹ ਲਗਾਵ ਨਹੀਂ ਰਿਹਾ। ਉਹ ਕਿਉਂਕਿ ਸਾਡਾ ਸਾਰਾ ਸਰੀਰ ਖੂਨ ਦੇ ਆਸਰੇ 'ਤੇ ਹੈ। ਖੂਨ ਦੇ ਅੰਦਰ ਖਿੱਚ ਨਾ ਰਹਿ ਗਈ। 2 ਭਰਾਵਾਂ ਦੇ ਵਿੱਚ ਪਰਿਵਾਰ ਦੇ ਵਿੱਚ ਤੇ ਆਪਾਂ ਕਹਿੰਦੇ ਆ ਖੂਨ ਸਫੇਦ ਹੋ ਗਿਆ ਹੈ। ਖੂਨ ਸਫੇਦ ਤਾਂ ਨਹੀਂ ਹੋਇਆ, ਉਹਦਾ ਰੰਗ ਤਾਂ ਉਹੀ ਹੈ। ਅਸਲ ਵਿੱਚ ਖੂਨ ਦੇ ਵਿੱਚ ਉਹ ਅਣੂ ਨਹੀਂ ਰਹਿ ਗਏ, ਉਹ ਗੁਣ ਨਹੀਂ ਰਹਿ ਗਿਆ ਜਿਹੜਾ ਪਰਿਵਾਰ ਨੂੰ ਜੋੜੀ ਬੈਠਾ ਸੀ। ਫਿਰ ਆਪਾਂ ਇਹ ਵੀ ਕਹਿੰਦੇ ਹਾਂ ਕਿ ਇਹਦਾ ਜਿਹੜਾ ਖੂਨ ਹੈ ਉਹ ਠੰਡਾ ਹੋ ਗਿਆ ਹੈ। ਠੰਡਾ ਹੋਣ ਤੋਂ ਭਾਵ ਵੀ ਇਹਦੇ ਜੀਵਨ ਵਿੱਚ ਹੁਣ ਕੋਈ ਉੱਨਤੀ ਕਰਨ ਦਾ, ਤਰੱਕੀ ਕਰਨ ਦਾ ਚਾਅ ਨਹੀਂ ਹੈ। ਕੋਈ ਅੰਦਰ ਉਹ ਨਹੀਂ ਵੀ ਮੈਂ ਚਾਅ ਨਾਲ ਤਰੱਕੀ ਕਰਾਂ। ਬਾਣੀ ਪੜ੍ਹਨ ਨੂੰ ਮਨ ਹੀ ਨਹੀਂ ਕਰਦਾ। ਖੂਨ ਠੰਡਾ ਹੋ ਗਿਆ, ਉਹ ਅੰਦਰ ਚਾਅ ਨਹੀਂ ਰਿਹਾ। ਖੂਨ ਦੇ ਵਿੱਚੋਂ ਉਹ ਤਾਸੀਰ ਘਟ ਗਈ ਹੈ। ਪਰ ਜਦੋਂ ਕਿਸੇ ਨੇ ਨਾਮ ਜਪਿਆ ਤੇ ਇਹ ਖੂਨ ਅੰਮ੍ਰਿਤ ਹੋ ਜਾਂਦਾ ਹੈ। ਤੇ ਜਦੋਂ ਖੂਨ ਅੰਮ੍ਰਿਤ ਹੋ ਗਿਆ ਫਿਰ ਕੀ ਹੁੰਦਾ ਹੈ? ਸਾਰਾ ਜੀਵਨ ਹੀ ਅੰਮ੍ਰਿਤ ਹੋ ਜਾਂਦਾ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ 70 ਦੋਏ ਭਰੇ ਅੰਮ੍ਰਿਤਸਰ ਬਿਖ ਕੋ ਮਾਰ ਘਟਾਓ। ਜਿਹੜੀ ਅੰਦਰ ਵਿਸ਼ਿਆਂ ਦੀ, ਵਿਕਾਰਾਂ ਦੀ ਖੂਨ ਵਿੱਚ ਜ਼ਹਿਰ ਸੀ ਉਹ ਵੀ ਖਤਮ ਹੋ ਗਈ। ਅੰਮ੍ਰਿਤ ਬਾਣੀ ਘਟ ਤੇ ਉਚਰੋਂ ਆਤਮ ਕੋ ਸਮਝਾਵੋ। ਹੁਣ ਬਾਣੀ ਪੜ੍ਹਨੀ ਕੋਈ ਪਖੰਡ ਨਹੀਂ ਹੈ, ਕੋਈ ਕਰਮ ਕਾਂਡ ਨਹੀਂ। ਹੁਣ ਅੰਦਰੋਂ ਹਿਰਦੇ ਵਿੱਚੋਂ ਬਾਣੀ ਨੂੰ ਪੜ੍ਹਦਾ ਹੈ, ਪਿਆਰ ਨਾਲ, ਚਾਅ ਨਾਲ, ਰਸ ਨਾਲ ਪੜ੍ਹਦਾ ਹੈ ਔਰ ਆਪਣੇ ਮਨ ਨੂੰ ਸਮਝਾਉਣਾ ਕੀਤਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਇੱਥੇ ਫਰਮਾਨ ਕਰ ਰਹੇ ਨੇ, ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ, ਅਬ ਪੁਨ ਰੂਪ ਨਾ ਹੋਈ। ਜੋ ਮੈਂ ਰੂਪ ਕੀਏ ਬਹੁ ਤੇਰੇ, ਕਿ ਹੁਣ ਤੱਕ ਜਿੰਨੇ ਵੀ ਮੈਂ ਬੜੇ ਰੂਪ ਧਾਰਨ ਕੀਤੇ ਨੇ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਈਆਂ ਦਾ ਪਿਓ ਬਣਿਆ, ਕਈਆਂ ਦਾ ਪੁੱਤ ਬਣਿਆ, ਕਈਆਂ ਦੀ ਭੈਣ ਬਣਿਆ, ਕਈਆਂ ਦੀ ਇਸਤਰੀ ਬਣਿਆ। ਇਸ ਤਰ੍ਹਾਂ ਇਹ ਸਾਡਾ ਜੀਵਨ ਸਾਡੀ ਆਤਮਾ ਨੂੰ ਮਿਲਦਾ ਰਿਹਾ ਹੈ। ਪਰ ਹੁਣ ਸਾਡਾ ਉਹ ਰੂਪ ਖਤਮ ਹੋ ਗਿਆ, ਉਹ ਆਵਾਗਮਨ ਖਤਮ ਹੋ ਗਿਆ। ਜਿਵੇਂ ਮਹਾਂਪੁਰਸ਼ਾਂ ਦੇ ਜੀਵਨ ਦੀ ਇੱਕ ਘਟਨਾ ਹੈ। ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਉਹ ਜਦੋਂ ਬਾਬਾ ਅਤਰ ਸਿੰਘ ਜੀ ਜਿਹੜੇ ਨੇ ਉਹਨਾਂ ਕੋਲੋਂ ਉਹ ਭਗਤੀ ਭਾਵ ਲੈ ਕਰਕੇ, ਬਖਸ਼ਿਸ਼ਾਂ ਲੈ ਕੇ ਆ ਕੇ ਇੱਥੇ ਉਹਨਾਂ ਨੇ ਆਪਣਾ ਸਾਧਨਾ ਸ਼ੁਰੂ ਕਰ ਦਿੱਤੀ। ਤੇ ਭਗਤੀ ਕਰਕੇ, ਸਿਮਰਨ ਕਰਕੇ ਫਿਰ ਕੀ ਹੋਇਆ? ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਇਹ ਭਗਤ ਪ੍ਰਗਟ ਹੋਏ ਨੇ ਕਿਉਂ? ਸਿਮਰਨ ਕਰਨ ਨਾਲ। ਤੇ ਉਹਨਾਂ ਨੇ ਜਦੋਂ ਸਿਮਰਨ ਕੀਤਾ, ਉਹਨਾਂ ਦਾ ਫਿਰ ਦੁਨੀਆ ਵਿੱਚ ਉਹ ਪ੍ਰਗਟ ਹੋਏ ਵੀ ਭਗਤ ਨੇ। ਉਹਨਾਂ ਦਾ ਇੱਕ ਕਲਾਸ ਫੈਲੋ ਸੀ, ਉਹਨੂੰ ਪਤਾ ਲੱਗਾ ਵੀ ਇੱਦਾਂ ਜਿਹੜਾ ਮੇਰਾ ਮਿੱਤਰ, ਇਹਨਾਂ ਦਾ ਪਹਿਲਾ ਨਾਮ ਸੀ ਗੁਲਾਬ ਸਿੰਘ, ਬਾਬਾ ਈਸ਼ਰ ਸਿੰਘ ਜੀ ਦਾ। ਇਹ ਨਾਮ ਵੀ ਬਾਬਾ ਅਤਰ ਸਿੰਘ ਜੀ ਨੇ ਰੱਖਿਆ ਹੈ। ਜਦੋਂ ਆਪਾਂ ਦੁਰਾਹੇ ਤੋਂ ਅਗਾਂਹ ਨੂੰ ਜਾਈਏ ਨਾ ਤਾਂ ਉੱਥੇ ਉਹ ਬਾਬਾ ਅਤਰ ਸਿੰਘ ਜੀਆਂ ਦਾ ਡੇਰਾ ਉੱਪਰ ਹੈ, ਸੜਕ GT ਰੋਡ ਦੇ ਉੱਪਰ, ਜਿੱਥੋਂ ਸੇਧ ਲੈ ਕੇ ਭਗਤ ਪੂਰਨ ਸਿੰਘ ਬਣਿਆ ਸੀ। ਹੈ ਹਿੰਦੂ ਪਰਿਵਾਰ ਦਾ ਸੀ, ਖੰਨੇ ਦੇ ਕੋਲ ਇਹਨਾਂ ਦਾ ਪਿੰਡ ਹੈ। ਤੇ ਇਹ ਲੁਧਿਆਣੇ ਪੜ੍ਹਨ ਜਾਂਦੇ ਸੀ। ਉੱਥੋਂ ਇੱਕ ਵਾਰੀ ਇਹਨਾਂ ਨੂੰ ਰਹਿਣ ਨੂੰ, ਉੱਥੇ ਪੇਪਰ ਸੀ ਇਹਨਾਂ ਦਾ ਕੋਈ ਰਹਿਣ ਦਾ ਵਸੇਬਾ ਨਾ ਬਣਿਆ। ਮੰਦਿਰ ਵਿੱਚ ਵੀ ਗਏ,
ਪਰ ਮੰਦਰ ਵਾਲਿਆਂ ਨੇ ਵੀ ਨਾ ਰੱਖਿਆ ਤੇ ਉੱਥੋਂ ਵਾਪਸ ਜਦੋਂ ਆਉਂਦਿਆਂ ਕਿਤੇ ਉਸ ਅਸਥਾਨ ਤੇ ਚਲੇ ਗਏ। ਉੱਥੇ ਇਹ ਰਾਤ ਰਹੇ, ਬੜਾ ਵੇਖਿਆ ਉੱਥੇ ਵੀ ਬਿਨਾਂ ਭੇਦਭਾਵ ਦੇ ਲੰਗਰ ਚੱਲਿਆ, ਸੇਵਾ ਹੋਈ, ਇਹਨੇ ਵੀ ਛਕਿਆ। ਫਿਰ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ, ਕੋਈ ਪਖੰਡ ਨਹੀਂ ਹੈ। ਇਹ ਭਗਤ ਪੂਰਨ ਸਿੰਘ ਉਸ ਚੀਜ਼ ਤੋਂ ਮੁਅੱਸਰ ਹੋ ਕੇ, ਪ੍ਰਭਾਵਿਤ ਹੋ ਕੇ ਫਿਰ ਇਹ ਸਿੱਖੀ ਲੈਣ ਵਿੱਚ ਆਇਆ ਸੀ, ਹਾਲਾਂਕਿ ਹਿੰਦੂ ਸੀ। ਉਸ ਅਸਥਾਨ ਦੀ ਗੱਲ ਹੈ। ਉੱਥੋਂ ਹੀ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਇਹ ਇਹਨਾਂ ਦਾ ਪਹਿਲਾ ਨਾਮ ਘਰ ਦਾ ਗੁਲਾਬ ਸਿੰਘ ਜੀ, ਉਹ ਨਗਰ ਦਾ ਇਹਨਾਂ ਦਾ ਦੋਸਤ ਆ ਗਿਆ ਮਿਲਣ ਵਾਸਤੇ। ਤੇ ਜਿਹੜਾ ਬਾਹਰ ਖੜਾ ਸੀ ਸੇਵਾਦਾਰ, ਉਹਨੂੰ ਆਖਿਆ ਵੀ ਮੈਂ ਮਿਲਣ ਵਾਸਤੇ ਆਇਆ ਹਾਂ ਗੁਲਾਬ ਸਿੰਘ ਨੂੰ। ਅੰਦਰ ਗਏ ਵੀ ਇੱਦਾਂ ਕੋਈ ਹੈ ਤੁਹਾਨੂੰ ਮਿਲਣ ਆਇਆ ਹੈ, ਪਰ ਉਹ ਨਾ ਗੁਲਾਬ ਸਿੰਘ ਕਹਿੰਦਾ ਹੈ। ਤੇ ਮਹਾਂਪੁਰਸ਼ ਕਹਿੰਦੇ ਉਹਨੂੰ ਕਹਿ ਵੀ ਗੁਲਾਬ ਸਿੰਘ ਮਰ ਗਿਆ ਹੈ। ਤੇ ਉਹਨੇ ਆ ਕੇ ਬਾਹਰ ਉਸੇ ਤਰ੍ਹਾਂ ਕਹਿਤਾ ਵੀ ਗੁਲਾਬ ਸਿੰਘ ਤਾਂ ਮਰ ਗਿਆ। ਕਹਿੰਦੇ ਵੀ ਲੋਕ, ਮੈਨੂੰ ਤਾਂ ਕੋਈ ਪਤਾ ਨਹੀਂ ਲੱਗਾ ਵੀ ਗੁਲਾਬ ਸਿੰਘ ਮਰ ਗਿਆ ਹੈ, ਪਿੰਡ ਦੇ ਜਾਂ ਆਸੇ ਪਾਸੇ ਤੋਂ ਵੀ ਮੈਂ ਕਹਿੰਦੇ ਗੁਲਾਬ ਸਿੰਘ ਦਾ ਐਸੀ ਕੋਈ ਗੱਲ ਤਾਂ ਸੁਣੀ ਨਹੀਂ ਹੈ। ਅੰਦਰ ਚਲੇ ਗਏ ਮਿਲਣ ਵਾਸਤੇ, ਉਹਨਾਂ ਨੇ ਬੜਾ ਪਿਆਰ ਕੀਤਾ। ਕਹਿੰਦੇ ਲੋਕ ਤਾਂ ਕਹਿੰਦੇ ਗੁਲਾਬ ਸਿੰਘ ਮਰ ਗਿਆ, ਤੁਸੀਂ ਤਾਂ ਜੀਵਦੇ ਬੈਠੇ ਹੋ। ਤਾਂ ਮਹਾਂਪੁਰਸ਼ ਕਹਿੰਦੇ ਵੀ ਗੁਲਾਬ ਸਿੰਘ ਮਰ ਗਏ, ਕੇਵਲ ਬੋਡੀ ਗੁਲਾਬ ਸਿੰਘ ਦੀ ਹੁਣ ਦਿਸ ਰਹੀ ਹੈ ਤੁਹਾਨੂੰ। ਸ਼ਬਦ ਦੁਆਰਾ, ਬਾਣੀ ਦੁਆਰਾ ਹੁਣ ਅਸੀਂ ਪਰਮਾਤਮਾ ਵਿੱਚ, ਗੁਰੂ ਵਿੱਚ ਅਭੇਦ ਹੋਏ ਹਾਂ। ਤੋ ਸਰੀਰਕ ਜੀਵਨ ਬਾਹਰ ਦਿਖਾਈ ਦਿੰਦਾ ਵੀ ਇਹ ਫਲਾਣਾ ਸਿੰਘ ਹੈ, ਪਰ ਅੰਦਰ ਉਹ ਚੀਜ਼ ਨਹੀਂ ਰਹਿ ਜਾਂਦੀ ਜਿਵੇਂ ਸਾਡੇ ਅੰਦਰ ਹੰਗਤਾ, ਮਮਤਾ, ਵਿਸ਼ੇ ਵਿਕਾਰ ਨੇ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਮੇਰਾ ਉਹ ਰੂਪ ਨਹੀਂ ਹੋਵੇਗਾ ਜੋ ਮੈਂ ਰੂਪ ਕੀਏ ਬਹੁ ਤੇਰੇ। ਇਹ ਜੀਵਨ, ਇਹ ਸਰੀਰ ਜਿਹੜੇ ਮੈਂ ਬਹੁਤ ਰੂਪ ਧਾਰਨ ਕੀਤੇ ਨੇ, ਹੁਣ ਉਹ ਰੂਪ ਮੈਨੂੰ ਨਹੀਂ ਮਿਲੇਗਾ, ਉਹ ਸਰੀਰ ਨਹੀਂ ਮਿਲੇਗਾ। ਭਾਵ ਆਵਾਗਮਨ ਨਹੀਂ ਹੋਵੇਗਾ। ਧਾਗਾ ਤੰਤ ਸਾਜ ਤਵਤਾ ਕਾ ਰਾਮ ਨਾਮ ਬਸ ਹੋਈ। ਕਿਉਂਕਿ ਮੋਹ ਦਾ ਧਾਗਾ, ਇਹ ਮੋਹ ਦੀਆਂ ਜਿਹੜੀਆਂ ਤੰਤ ਦੀਆਂ ਸਾਜ਼ਾਂ ਵੱਜ ਰਹੀਆਂ ਸੀ, ਇਹ ਸਭ ਥੱਕ ਗਿਆ, ਖਤਮ ਹੋ ਗਿਆ ਹੈ। ਹੁਣ ਜਿਹੜਾ ਮਨ ਹੈ ਉਹ ਰਾਮ ਨਾਮ ਦੇ ਅਧੀਨ ਹੋ ਗਿਆ ਹੈ। ਹਿਰਦੇ ਵਿੱਚ ਰਾਮ ਵਸ ਗਿਆ। ਅਬ ਮੋਏ ਨਾਚਣੋ ਨਾ ਆਵੈ, ਮੇਰਾ ਮਨ ਮੰਦਰੀਆ ਨਾ ਬਜਾਵੈ। ਹੁਣ ਮੈਨੂੰ ਨੱਚਣਾ ਨਹੀਂ ਆਉਂਦਾ, ਭਾਵ ਮੈਂ ਵਿਕਾਰਾਂ ਅੱਗੇ ਨਹੀਂ ਨੱਚਦਾ, ਭਾਵ ਵਿਕਾਰਾਂ ਦੇ ਅਧੀਨ ਨਹੀਂ। ਜਿਵੇਂ ਭਗਤ ਕਬੀਰ ਸਾਹਿਬ ਦਾ ਇੱਕ ਪਿੱਛੇ ਵੀ ਸ਼ਬਦ ਆਇਆ ਸੀ, 18 ਨੰਬਰ ਸ਼ਬਦ, ਉੱਥੇ ਉਹਨਾਂ ਨੇ ਆਖਿਆ ਨਾ, ਗਗਨ ਨਗਰ ਇੱਕ ਬੂੰਦ ਨਾ ਵਰਕੈ, ਨਾਦ ਕਹਾ ਜੋ ਸਮਾਨਾ। ਕਹਿੰਦੇ ਉੱਥੇ ਵੀ ਉਹਨਾਂ ਨੇ ਇਹੀ ਸਾਰੀ ਅਵਸਥਾ ਦੱਸੀ ਹੈ ਜਿਹੜਾ ਆਮ ਕਰਕੇ ਮਿਰਤਕ ਦੇ ਸ਼ਬਦੇ ਪੜ੍ਹਿਆ ਜਾਂਦਾ ਹੈ ਕਿ ਬਾਬਾ ਬੋਲਤੇ ਤੇ ਕਹਾਂਗੇ। ਅਸਲ ਵਿੱਚ ਉਹ ਅੰਦਰ ਦੀ ਘਟਨਾ ਹੈ ਕਿ ਅੰਦਰੋਂ ਵਿਕਾਰ ਖਤਮ ਹੋ ਗਏ ਨੇ। ਤੇ ਹੁਣ ਦਿਮਾਗ ਦੇ, ਗਗਨ ਦਾ ਉੱਥੇ ਭਾਵ ਹੈ ਦਿਮਾਗ। ਦਿਮਾਗ ਵਿੱਚ ਹੁਣ ਕੋਈ ਦੁਨੀਆ ਦਾ ਫੁਰਨਾ ਨਹੀਂ ਪੈਦਾ ਹੁੰਦਾ। ਗਗਨ ਨਗਰ ਇੱਕ ਬੂੰਦ ਨਾ ਵਰਕੈ, ਨਾਦ ਕਹਾ ਜੋ ਸਮਾਨਾ। ਨਾਦ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੋਰ ਨਹੀਂ ਹੈ ਵਿਕਾਰਾਂ ਦਾ, ਦੁਨੀਆ ਦੀ ਸੋਚ ਦਾ। ਤੋ ਉਹੀ ਸ਼ਬਦ ਬਿਲਕੁਲ ਇਸੇ ਸੇਮ ਉਹੀ ਅਵਸਥਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੁਣ ਮੈਂ ਵਿਕਾਰਾਂ ਅੱਗੇ ਨਹੀਂ ਨੱਚਦਾ, ਮੇਰਾ ਮਨ ਵਿਕਾਰਾਂ ਅੱਗੇ ਨਹੀਂ ਨੱਚਦਾ। ਮੇਰਾ ਮਨ ਮੰਦਰੀਆ ਨਾ ਵਜਾਵੈ, ਤੇ ਮੇਰਾ ਮਨ ਵਿਸ਼ੇ ਵਿਕਾਰਾਂ ਦੀ ਵਾ ਦੁਨੀਆ ਦੇ ਮੋਹ ਦੀ ਢੋਲਕੀ ਨਹੀਂ ਹੁਣ ਵਜਾਉਂਦਾ। ਨਹੀਂ ਤੇ ਦੁਨੀਆ ਦੀ ਸਾਰਾ ਦਿਨ ਦੁਨੀਆ ਦੀ ਗੱਲਾਂ ਕਰੀ ਜਾਂਦਾ ਮਨ। ਵੇਖੋ ਆਪਾਂ ਮੂੰਹ ਰਸਨਾ ਕਰਕੇ ਚੁੱਪ ਵੀ ਹੋ ਜਾਈਏ ਤੇ ਮਨ ਸੋਚੀ ਜਾਂਦਾ ਉੱਥੇ ਜਾਣਾ ਸੀ, ਉਹ ਮੇਰਾ ਭੈਣ, ਮੇਰੀ ਭਰਾ, ਮੇਰੀ ਭੈਣ, ਮੇਰੀ ਮਾਂ, ਮੇਰਾ ਪਿਤਾ, ਮੈਂ ਇਹ ਕਰਨਾ ਸੀ, ਮੈਂ ਉਹ ਕਰਨਾ ਸੀ, ਮੈਂ ਉਹਨੂੰ ਇਹ ਬੋਲਣਾ ਸੀ, ਇਹ ਆਖਣਾ ਸੀ, ਇਹ ਸੁਣਨਾ ਸੀ। ਮਨ ਆਪਣੀ ਗਤੀ ਨਾਲ ਉਹ ਢੋਲਕੀ ਵਜਾਈ ਜਾਂਦਾ ਹੈ। ਪਰ ਜਦੋਂ ਸ਼ਬਦ ਦਾ ਵਾਸਾ ਹੋ ਗਿਆ ਤੇ ਇਹ ਕੁੱਲਾਂ ਸਾਰੀਆਂ ਸ਼ਾਂਤ ਹੋ ਗਈਆਂ, ਖਤਮ ਹੋ ਗਈਆਂ। ਵੇਖੋ ਆਪਾਂ ਨੂੰ ਕਿੰਨਾ ਸਮਾਂ ਬਾਣੀ ਪੜ੍ਹਦਿਆਂ ਹੋ ਗਿਆ, ਅਜੇ ਗੱਲ ਨਹੀਂ ਬਣੀ। ਇਹਦਾ ਭਾਵ ਕੀ ਹੈ ਕਿ ਆਪਾਂ ਨਿਰੰਤਰ ਬਾਣੀ ਦਾ ਅਭਿਆਸ ਇੱਦਾਂ ਕੀਤਾ ਹੀ ਨਹੀਂ ਹੈ। ਇਹਦੇ ਵਾਸਤੇ ਬਾਣੀ ਵਿੱਚ ਕੋਈ ਕਮੀ ਨਹੀਂ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਪਰ ਮਿਟੇਗੀ ਉਹਨਾਂ ਦੀ। ਅਫਸਰ ਉਹੀ ਬਣੇਗਾ ਜਿਹੜਾ ਬਹੁਤ ਮਿਹਨਤ ਕਰੇਗਾ। ਸਕੂਲ ਵਿੱਚ ਬੜੇ ਬੱਚੇ ਜਾਂਦੇ ਨੇ, ਕਈ ਫੇਲ ਹੋ ਜਾਂਦੇ ਨੇ, ਕਈ ਚਪੜਾਸੀ ਜਿੰਨੀ ਪੜ੍ਹਾਈ ਕਰਦੇ ਨੇ, ਕੋਈ ਉਦੋਂ ਵੱਧ, ਕੋਈ ਉਦੋਂ ਵੱਧ, ਪਰ ਕੋਈ ਹੁੰਦਾ ਜਿਹੜਾ ਸਭ ਨਾਲੋਂ ਅੱਗੇ ਲੰਘ ਜਾਂਦਾ ਹੈ। ਜਿੰਨੀ ਕੋਈ ਮਿਹਨਤ ਕਰੇਗਾ। ਤੋ ਮੇਰਾ ਮਨ, ਭਗਤ ਕਬੀਰ ਸਾਹਿਬ ਕਹਿੰਦੇ ਮੇਰਾ ਮਨ ਮੰਦਰੀਆ ਨਾ ਵਜਾਵੈ, ਮੰਦਰ ਨਾਮ ਹੈ ਢੋਲ ਦਾ। ਕਹਿੰਦੇ ਮੇਰਾ ਮਨ ਹੁਣ ਮਾਇਆ ਦੇ ਮੋਹ ਦਾ
इस शरीर दे मोह दा देह असदिया दा ढोल नहीं बजांदा रहाओ। काम क्रोध माया लै जारी तृष्णा गागर फूटी। काम क्रोध माया लै जारी, काम क्रोध अते माया दा मोह ਇਹ ਸਾਰਾ ਕੁਝ ਹੁਣ ਸਾੜ ਦਿੱਤਾ। गुरु दे शब्द दा इन्ना वड्डा प्रताप है। जिथे गुरु दा शब्द आ गया वो इन्हां सारियां नूं खत्म कर दिंदा है। तृष्णा गागर फूटी। तृष्णा दी गागर जिहड़ी तृष्णा गागर तां कि है जिवें गागर दे विच थल्ले सराख होए भरदी नहीं, इसे तरह ये साडे अंदर जिहड़ी तृष्णा है ये नहीं पूरी हुंदी। मनुख कहंदा ओ कर लवां, ओ कर लवां, ओ खा लवां, ओ पा लवां, बुढ़ा भी हो जावे ते कहंदा हजे होर जी लवां। तृष्णा जिहड़ी तृप्त नहीं हुंदी, तृष्णा दी गागर फुट गई है। हुण किसी तरह की तृष्णा रह ही नहीं गई, किसी भी तरह की लालसा नहीं रह गई। तो भगत कबीर साहब जी कहते काम चोलना पिया है पुराना गया भरम सब छूटी। काम दा चोलना, काम भाव कामना, उहदे विच विषय विकार भी आ जाते हैं, दुनिया की कामना भी आ जाती है। वाह काम दा चोलना पा के ही मनुख विषय विकारां दे अधीन ही संसार में चलता है। तो भगत कबीर साहब जी कहते वो भी हुण पुराना हो गया, भाव हुण उस पासे भी मन नहीं जाता। तो सारा जिहड़ा भरम सी वो भी खत्म हो गया है। आपां नूं भरम पिया होया है कि मेरे करके संसार चल रहा है। ये आपां नूं सारियां नूं भरम है, सानूं भी है। की भरम है भी मेरे करके जे मैं ना होवां ते कथा ही नहीं होनी हैगी, जे मैं ना होवां तो कीर्तन ही नहीं होना, जे मैं ना गुरुद्वारे होवां तो गुरुद्वारे का प्रबंध ही नहीं चलना। ये सानू भरम है आपां सारियां नूं ही। यही भरम घर विच भी है भी जे मैं घर ना आवां तो घर ही नहीं चलेगा, पता नहीं बच्चों का की होएगा की बनेगा। ये सानू भरम पै गया। इस तरह संसार के सारे जीवां नूं जिथे जिथे कोई बैठा है उस तरह का उन्होंने भरम पिया होया भी मेरे बिना तो बस इत्थे पता नहीं की हो जाएगा। ये भरम खत्म हो जाता है भी मेरे तो बिना भी संसार चल रहा और चलता रहेगा। ये भरम खत्म हो गया अंदरों। सर्वभूत एक कर जानिया चूके बाद वादा। सर्वभूत भाव सारे तत्तां विच सारियां विच एक वाहिगुरु नूं जान लिया भी सारे पासे वो आप ही वरत रहा है। जदों सारे पासे वाहिगुरु दिखाई देन लग पिया जिहड़ा वाद-वाद सी वो खत्म हो गया, क्योंकि पता लग गया सारे पासे तो वो आप ही है। फिर झगड़ा किहड़ी गल दा है। लोग धर्म के नाँ ते लड़ते ने, धार्मिक अस्थानां के नाँ ते लड़ते ने, संप्रदा के नाँ ते लड़ते ने। साडी संप्रदा चंगी हो माड़ी। ईवन आपां वेखो चल होर तां छड्डो, गुरुद्वारियां वाले लड़ पैंदे ने भी साडा गुरुद्वारा चंगा तुहाडा माड़ा, तुहाडा गुरुद्वारा बड़ा पिछे है, तुहाडे गुरुद्वारे दा कोई स्टैंड नहीं हैगा। इन्हां देखो स्टैंड तो गुरु के शब्द नाल है। आपां माया नाल तोलन लग पे गुरुद्वारे नूं, लड़ाई हो गई, भरम पै गया ना ये। तो भगत कबीर साहब कहते जदों मन असी शब्द नाल जुड़ गए ये अंदरों वाद खत्म हो गया। सारे पासे आप ही है। जिहड़ा गुरु इत्थे बैठा है यही गुरु हरमंदर साहिब विच भी है, यही गुरु हजूर साहिब भी है। सारे पासे वही है। फिर भरम ही खत्म हो गया, वाद खत्म हो। कह कबीर मैं पूरा पाया भे राम प्रसादा। भगत कबीर साहब कहते मैनू पूर्ण तौर पर रब मिल गया। पूरा प्रभ हरा दया पूरा जा का नाओ, नानक पूरा पाया पूरे के गुण गाओ। ये सब जिहड़ा पाना है उन्होंने ये भी अपने बल करके नहीं है, ये उन्हें कृपा कर दी है। कह कबीर मैं पूरा पाया भे राम प्रसादा। राम की कृपा, उहदा प्रसाद, उहदी बख्शिश नाल मैनू उहदी प्राप्ति हुई है। आपां भी अरदास करिए बहुत जन्म बिछरे थे माधो ये जन्म तुम्हारे लेखे। कह रविदास आस लग जीवों चिर प्यो दर्शन देखे। होइयां भुल्लां दी खिमा। वाहिगुरू जी का खालसा वाहिगुरू जी की फतेह।